देखा त्यों लोक का पियो अचरज भया जीव ते सियो। देखा 3 लोक को पियो। ਹਿਰਦੇ ਵਿੱਚ ਜਦ ਸੂਰਜ ਚੜ੍ਹਿਆ ਨਾ, ਜਦ ਸੂਰਜ ਚੜ੍ਹਿਆ ਤੁਰਕੀ ਬਾਣੀ ਪ੍ਰਗਟ ਹੋਈ ਜਾਂ ਸ਼ਬਦ ਗੁਰੂ ਪ੍ਰਗਟ ਹੋਇਆ, ਉਹ 3 ਲੋਕ का पियो ਉਹੀ ਸੀ। 3 ਲੋਕ ਉਹ ਨਹੀਂ ਬਣਾਏ ਨੇ, 3 ਲੋਕ ਹੁਕਮ ਨਾਲੇ ਬਣੇ ਨੇ। देखा 3 लोक को त्यों लोक का पियो त्यों लोक को पियो। वो देख लिया अचरज भया जीव ते सियो। अचरज ਇਹ ਹੋਇਆ ਕਿ ਇਹ ਤਾਂ ਜੀਵ ਦੇ ਵਿੱਚੇ ਤਾਂ ਮੇਰੇ ਵਿੱਚੋਂ ਹੀ ਪੈਦਾ ਹੋਈ ਆਵਾਜ਼। ਆਵਾਜ਼ ਕਿਤੇ ਬਾਹਰੋਂ ਤਾਂ ਆਈ ਨਹੀਂ। ਇੱਕ ਹੋ ਕੇ ਉੱਗਿਆ ਮੈਂ, ਉਹ ਗਿਆਨ ਤੇ ਮੈਂ ਉਹ ਸੀ ਜਿਹਨੂੰ ਮੈਂ ਦੇਖਦਾ ਸੀ ਕਿ ਮੈਂ ਉਹੀ ਸੀ ਜਿਹਨੂੰ ਟੋੜਦਾ ਸੀ। ਅਚਰਤਾ ਹੋਇਆ ਮੈਂ ਹੀ ਉਹ ਬਣ ਗਿਆ, ਸੋਈ ਮੁੜ ਕੇ ਤੂੰ ਪਿਆ ਜਾਕੋ ਕਹਤਾ। ਇਹ ਤਾਂ ਤੇਰੇ ਵਿੱਚੋਂ ਹੀ ਪੈਦਾ ਹੋਇਆ ਸਭ ਕੁਛ। ਤਾਂ ਅਚਰਜ ਹੋਇਆ ਜੀਵ ਤੇ ਸਿਓ। ਇਹ ਤਾਂ ਬੀਜ ਵਿੱਚੋਂ ਹੀ ਬਰੋਟਾ ਨਿਕਲਿਆ। ਤੂੰ ਤਾਂ ਬੀਜ ਹੀ ਸੀ, ਨਾਮ ਦਾ ਬੀਜਿਆ। ਇਹ ਤਾਂ ਬਰੋਟਾ ਤੇਰੇ ਵਿੱਚੋਂ ਹੀ ਸੀ। ਇਹ ਤੇਰੇ ਵਿੱਚੋਂ ਹੀ ਬਰੋਟਾ ਪੈਦਾ ਹੋਇਆ ਜਿਹਦਾ ਤੂੰ ਬੀਜ ਸੀ ਬਰੋਟੇ ਦਾ। ਜੀਵ ਤੇ ਸਿਓ। ਵਾਹ ਬਰੋਟਾ ਗੁਪਤ ਸੀ, ਜਿੰਨਾ ਚਿਰ ਬੀਜ ਸੀ ਬਰੋਟਾ ਗੁਪਤ ਸੀ। ਹੁਣ ਉਹੀ ਪ੍ਰਗਟ ਹੋ ਗਿਆ। ਪ੍ਰਗਟ ਇਹ ਹੋਇਆ ਗੁਪਤ ਚੋਂ ਪ੍ਰਗਟ, ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰਾਖਾਂ ਪਾਓ। ਫਿਰ ਅਚਰਜ ਹੋਇਆ ਵੀ ਉਹ ਹੋਏ ਤਾਂ ਵਿੱਚੇ ਹੀ ਸੀ, ਤੂੰ ਹੀ ਸੀ ਉਹ ਜਿਹਨੂੰ ਤੂੰ ਟੋਲਦਾ ਸੀ। ਅਚਰਜ ਭਇਆ ਜੀਵ ਤੇ ਸਿਓ। ਬੀਜ ਬਰੋਟੇ ਨੂੰ ਟੋਲਦਾ ਸੀ। मैं वो बरोटे को पहुँचना है जी, तो मैं टुटिया होया पता जा निकले जब बिचों ही बरोटा पैदा हो गया। वो लै हुण मिल जाए बरोटे दे विच, वो बीज बरोटे च लीन हो गया। उस बरोटे च बीज नहीं बरोटा बनना, दूजे बरोटे च बीज नहीं लीन हो सकता कदे भी। जे बरोटे लीन होना वो अंदर वाले च होऊगा, दूजा च किवें लीन हो जू। ਉਹਦੇ ਅੰਦਰੋਂ ਹੀ ਬਰੋਟਾ ਪੈਦਾ ਹੋਊਗਾ, ਉਹਦੇ ਅੰਦਰੋਂ ਹੀ ਉਹ ਦਰਖਤ ਪੈਦਾ ਹੋਊਗਾ, ਰੁੱਖ ਪੈਦਾ ਹੋਊਗਾ। ਨਾਨਕ ਗੁਰ ਸੰਤੋਖ ਰੁੱਖ, ਆਪ ਹੀ ਰੁੱਖ ਬਣੂਗਾ। ਹੈ ਸੰਤੋਖੀ ਹੋ ਜਾਊਗਾ ਤਾਂ ਇਹ ਰੁੱਖ ਦਾ ਇਹ ਚੋਂ ਪ੍ਰਗਟ ਹੋਊਗਾ ਧਰਮ ਫੁੱਲ ਫਲ ਗਿਆਨ। ਫਿਰ ਗਿਆਨ ਫਲ ਦਊਗਾ, ਫਿਰ ਗਿਆਨ ਫਲ ਦਊਗਾ। ਹਾਂਜੀ ਸਿਓ ਲਫ਼ਜ਼ ਆਇਆ ਅਚਰਜ ਪਿਆ ਜੀਵ ਤੇ ਸਿਓ। ਸਿਓ ਸ਼ਿਵ ਦੀ ਸੈਂਸ ਚ ਆਉਂਦਾ ਕਿ ਹੋਰ ਕੋਈ ਸ਼ਰਤ ਬਣਦੇ ਨੇ? ਮਾਲਕ ਮਾਲਕ ਜੀ ਤੋਂ ਮੈਂ ਪੈਦਾ ਹੋਇਆ, ਜੀ ਤੋਂ ਸਭ ਕੁਝ ਪੈਦਾ ਹੋਇਆ। ਸੀਓ ਸੀਤਾ ਦਾ ਪਤੀ ਦਾ ਨਾਮ ਹੈ। ਸੀਆ ਜਿਹੜੇ ਹੁੰਦੀ ਹੈ ਇਸਤਰੀ ਲਿੰਗ ਹੈ, ਸੀਓ ਪੁਲਿੰਗ ਹੈ। ਸੀਆ ਹੁੰਦਾ ਨਾ, ਸੀਓ ਉਹ ਵਿਵੇਕ ਬੁੱਧੀ ਨੂੰ ਕਹਿੰਦੇ ਨੇ। ਸੀਓ ਵਿਵੇਕ ਹੈ। ਅਚਰਜ ਪਿਆ ਜੀਵ ਤੇ ਸਿਓ। ਜੀਵ ਹੈ, ਪੁਲਿੰਗ ਹੈ ਨਾ। ਪੁਲਿੰਗ ਤੇ ਪੁਲਿੰਗੇ ਜਾਊਗਾ। ਜੀਵ ਪੁਲਿੰਗ ਹੈ। ਸਿਓ ਹੋ ਗਿਆ ਸੀਓ ਜੀਵ ਤੇ ਸਿਓ। ਸੀਓ ਸੀਤਾ ਨੂੰ ਕਹਿੰਦੇ ਨੇ ਨਾ, ਵਿਵੇਕ ਹੈ ਸੀਓ। ਜੀਵ ਵਿਵੇਕ ਨਹੀਂ ਸੀ, ਜੀਵ ਤੇ ਸਿਓ ਹੋ ਗਿਆ। ਚੇਤਨ ਤਾਂ ਸੀ ਪਰ ਉਹਦੀ ਪਦਵੀ ਛੋਟੀ ਸੀ, ਪਦਵੀ ਛੋਟੀ ਸੀ, ਪੂਰਨ ਨਹੀਂ ਸੀ। ਸੀਓ ਪੂਰਨ ਬ੍ਰਹਮ ਹੈ। ਜਾਂ ਨਾਨਕ ਪੂਰਨ ਬੁੱਧ ਹੈ, ਜਿਹੜੀ ਵਿਵੇਕ ਬੁੱਧ। ਹਾਂ ਪੂਰਨ ਬੁੱਧ ਹੈ, ਨਹੀਂ ਬੁੱਧ ਵਾਲਾ ਹੈ। ਜੇ ਬੁੱਧ ਹੁੰਦੀ ਤਾਂ ਸੀਆ ਹੁੰਦਾ। ਸੀਏ ਬੁੱਧ ਵਾਲਾ ਹੈ, ਬੁੱਧ ਵਾਲਾ ਹੈ। ਸੂਰਜ ਹੈ ਨਾ, ਸੂਰਜ ਚੋਂ ਜੋ ਬੁੱਧ ਵਾਲਾ ਹੈ, ਸੂਰਜ ਦਾ ਪੁਲਿੰਗ ਚੱਲਦਾ ਨਾ ਪਿੱਛੇ। ਤੇ ਰਸ ਤੇ ਰਹਿ ਅਗੰਮ ਬਖਾਨ। ਤੇ ਰਸ ਤੇ ਰਹਿ, ਜੇ ਇਸੇ ਰਸਤੇ ਟਿਕਿਆ ਰਹੀ। ਕਹਿੰਦੇ ਰਸ ਨਹੀਂ ਬਦਲਣਾ, ਹੁਣ ਰਸ ਨਹੀਂ ਬਦਲ ਦੇਣਾ, ਰਸ ਉਹੀ ਰਹੂਗਾ। ਸ਼ਬਦ ਵਿਚਾਰ ਦਾ ਬਾਹਰ ਹੈ, ਉਹਦੇ ਨਾਲ ਜੁੜਿਆ ਰਹੇ। ਤੇ ਰਸ ਇਸੇ ਰਸ ਦੇ ਉੱਤੇ ਰਹਿਣਾ ਟਿਕਿਆ, ਰਸ ਨਹੀਂ ਬਦਲ ਸਕਦੇ।
ਤੇ ਰਸ ਤੇ ਰਹਿ, ਇਸ ਰਸ ਦੇ ਉੱਤੇ ਹੀ ਨਿਰਭਰ ਰਹਿ। ਅਗੰਮ ਬਖਾਨ, ਇਹ ਜਿਹੜਾ ਰਸ ਹੈ ਨਾਮ ਰਸ, ਇਹ ਤੇ ਹੀ ਨਿਰਭਰ ਰਹਿਣਾ, ਰਸ ਨਹੀਂ ਬਦਲਣਾ। ਸਟੇਜਾਂ ਬਦਲਣਗੀਆਂ, ਰਸ ਉਹੀ ਰਹੂਗਾ। ਤੇ ਰਸ ਤੇ ਰਹਿ ਅਗੰਮ ਬਖਾਨ, ਉਹ ਗੱਲਾਂ ਦੱਸੇਗਾ ਜਿਹੜੀਆਂ ਬਸ ਅਗੰਮੀ ਨੇ, ਜਿਹੜੀਆਂ ਦੁਨੀਆ ਨੂੰ ਨਹੀਂ ਪਤਾ, ਉਹ ਗੱਲਾਂ ਦੱਸੇਗਾ ਦੁਨੀਆ ਨੂੰ। ਅਗੰਮ ਮਨੁੱਖੀ ਬੁੱਧੀ ਤੋਂ ਪਰੇ ਦਾ ਗਿਆਨ ਦੇਵੇਗਾ ਫਿਰ ਤੂੰ। ਅਗੰਮ ਬਖਾਨ, ਅਗੰਮ ਹੁੰਦਾ ਮਨੁੱਖੀ ਗਿਆਨ ਇੰਦਰੀਆਂ ਤੋਂ ਪਰੇ ਦੀਆਂ, ਪੰਜੇ ਗਿਆਨ ਇੰਦਰੀਆਂ, ਛੇਵੀਂ ਬੁੱਧੀ ਤੋਂ ਪਰੇ ਦੀਆਂ ਗੱਲਾਂ ਨੇ ਜਿਹੜੀਆਂ, ਉਹ ਦੁਨੀਆ ਨੂੰ ਦੱਸੇਗਾ ਫਿਰ ਤੂੰ। ਅਗੰਮ, ਅਗੰਮ ਦਾ ਵਿਖਿਆਨ ਕਰਨ ਵਾਸਤੇ ਇਸੇ ਰਸ ਨਾਲ ਜੁੜਿਆ ਰਹਿਣਾ ਪਊਗਾ, ਰਸ ਨਹੀਂ ਬਦਲਿਆ ਜਾ ਸਕਦਾ। ਹਾਂ, ਅਰਧ ਉਰਧ ਵਿੱਚ ਸਮ ਪਹਿਚਾਣ, ਅਰਧ ਉਰਧ ਵਿੱਚ ਸਮ ਪਹਿਚਾਣ, ਚਿੱਤ ਔਰ ਮਨ ਦੇ ਵਿੱਚ ਕੋਈ ਫਰਕ ਨਹੀਂ। ਹੁਣ ਅੱਡ ਅੱਡ ਨਹੀਂ ਹੈ, ਕੋਈ ਮਨ ਘਟਿਆ ਨਹੀਂ, ਚਿੱਤ ਵਧੀਆ ਨਹੀਂ, ਇਹ ਦੋਹਾਂ ਦੇ ਵਿੱਚ ਇੱਕੋ ਜਿਹੀ ਗੱਲ ਹੈ। ਹੁਣ ਅਰਧ ਉਰਧ ਵਿੱਚ ਸਮ ਪਹਿਚਾਣ, ਅਰਧ ਉਰਧ ਦੇ ਵਿੱਚ ਸਮਾਨਤਾ ਹੈ, ਨੀਚ ਸਮਾਨਤਾ ਇੱਕੋ ਹੀ ਨੇ, ਇੱਕ ਹੈ। ਹੁਣ ਅਰਧ ਉਰਧ ਖਤਮ, ਇੱਕੋ ਰਹਿ ਗਿਆ, ਸਮਾਨਤਾ ਦੋਹਾਂ ਦੇ ਵਿੱਚ। ਨੀਚ ਅੱਗੇ ਮਨ ਜਿਹੜਾ ਸੀਗਾ, ਮਨ ਨੂੰ ਨਿੰਦਿਆ ਗਿਆ ਸੀ, ਮਨ ਪਰਦੇਸੀਆ, ਮਨ ਚੰਚਲਾ ਕਿਹਾ ਸੀ ਨਾ, ਹੁਣ ਨਹੀਂ ਕਹਿ ਸਕਦੇ। ਹੁਣ ਮਨ ਚੌਕਣ ਕੋਈ ਨਹੀਂ ਰਿਹਾ। ਉਹ ਜਿਹੜੇ ਗੁਣ ਨੇ ਸਾਰੇ ਦੋਹਾਂ ਦੇ, ਚਿੱਤ ਔਰ ਮਨ ਦੇ ਇੱਕ ਨੇ, ਔਗਣ ਹੈ ਹੀ ਨਹੀਂ। ਜਦ ਅਰਧ ਉਰਧ ਵਿੱਚ ਸਮ ਪਹਿਚਾਣ, ਸਮਾਨਤਾ ਬਰਾਬਰੀ ਹੈ, ਅਰਧ ਉਰਧ ਵਿੱਚ ਬਰਾਬਰੀ ਹੈ। ਜੀਵ ਔਰ ਸੱਚਖੰਡ 'ਚ ਬਰਾਬਰੀ ਹੈ। ਸੱਚਖੰਡ ਚਲੇ ਗਏ, ਛੋਟਾ ਬੜਾ ਹੈ ਹੀ ਨਹੀਂ ਕੋਈ। ਨੀਚ ਊਚ ਨਹੀਂ ਮਾਨ ਅਮਾਨ, ਨਾ ਨੀਚ ਹੈ ਕੋਈ, ਨਾ ਊਚ ਹੈ। ਨਹੀਂ ਮਨ ਨੂੰ ਨੀਚ ਮੰਨਿਆ ਸੀ, ਮਨ ਨੂੰ ਨੀਚ ਮੰਨਦੇ ਰਹੇ ਸੀ, ਸਮਝਿਆ ਨਹੀਂ। ਚਿੱਤ ਨੂੰ ਊਚ ਮੰਨਿਆ ਸੀ, ਨਾ ਨਾ ਹੁਣ ਨਹੀਂ, ਹੁਣ ਕੋਈ ਨਾ ਦੋਏ। ਨਹੀਂ ਮਾਨ ਅਮਾਨ, ਨਾ ਕਿ ਮਾਨ ਹੈ ਨਾ ਮਾਨ ਹੈ, ਨਾ ਕਿਸੇ ਦੀ ਬੇਇੱਜ਼ਤੀ ਹੈ, ਨਾ ਕਿਸੇ ਦਾ ਮਾਣ ਹੈ। ਸਤਿਕਾਰ ਇੱਕੋ ਜਿਹਾ ਸਤਿਕਾਰ ਹੈ ਦੋਹਾਂ ਦਾ। ਇਹ ਨਹੀਂ ਇਹਦਾ ਮਾਣ ਜ਼ਿਆਦਾ, ਇਹਦਾ ਘੱਟ ਹੈ। ਚਿੱਤ ਔਰ ਮਨ ਦੇ ਵਿੱਚ ਕੋਈ ਫਰਕ ਨਹੀਂ, ਹੁਣ ਬਰਾਬਰੀ ਹੈ, ਇੱਕ ਹੈ ਨਾ ਸਾਬਤ ਸੂਰਤ। ਜਿੱਥੇ ਹਨੇਰਾ, ਜਿੰਨਾ ਚਿਰ ਸ਼ੰਕਾ ਸੀ ਮਨ ਦੇ ਵਿੱਚ, ਉਹ ਸ਼ੰਕਾ ਕਰਕੇ ਹਨੇਰੇ ਕਰਕੇ ਹੀ ਸੀ ਸਾਰੀ ਗੱਲ। ਜਿੰਨਾ ਚਿਰ ਮਨ ਦੇ ਵਿੱਚ ਔਗਣ ਸੀ, ਮਾਇਆ ਦੀ ਭੁੱਖ ਸੀ, ਉਹ ਕਮੀ ਦੂਰ ਹੋ ਗਈ, ਛੱਡ ਦਿੱਤੀ। ਹਾਂਜੀ, ਵਿਆਪਕ ਰਾਮ ਸਗਲ ਸਮਾਨ, ਵਿਆਪਕ ਰਾਮ ਸਗਲ ਸਮਾਨ, ਦੋਹਾਂ 'ਚ ਰਾਮ ਇੱਕੋ ਜਿਹਾ ਹੀ ਹੈ। ਦੋਹਾਂ 'ਚ ਜਿਹੜਾ ਸ਼ਬਦ ਹੈ ਰਾਮ ਹੈ, ਜਿਹੜਾ ਗਿਆਨ, ਦੋਹਾਂ 'ਚ ਕੋਈ ਗਿਆਨ ਹੈ, ਦੋ ਹੈ ਹੀ ਨਹੀਂ। ਵਿਆਪਕ ਰਾਮ, ਜੋਤ ਕੋਈ ਜੋਤ ਹੈ ਰਾਮ ਦੀ ਦੋਹਾਂ 'ਚ। ਪੂਰਨ ਹੁਣ ਰਾਜਾ ਰਾਮ ਹੋ ਗਿਆ ਨਾ, ਰਾਜਾ ਰਾਮ ਹੋ ਗਿਆ। ਹੁਣ ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ, ਬ੍ਰਹਮ ਗਿਆਨ ਆ ਗਿਆ ਨਾ। ਹੁਣ ਨਾਲ ਰਾਜਾ ਲੱਗ ਗਿਆ, ਮਨ ਰਾਜਾ ਬਣ ਗਿਆ। ਪਹਿਲਾਂ ਮਵਾਸੀ ਰਾਜਾ ਤਾਂ ਅਸਲ ਰਾਜਾ ਬਣ ਗਿਆ। ਜਿਹੜਾ ਮਵਾਸੀ ਰਾਜਾ ਬਣਿਆ ਸੀ ਨਾ, ਆਕੀ ਹੋ ਕੇ ਰਾਜਾ, ਹੁਣ ਅਸਲ ਬਣ ਗਿਆ ਰਾਜਾ। ਹਾਂਜੀ, 14 ਹੈ ਲੋਕ ਮਝਾਰ, 14 ਹੁਣ ਆ ਗਈ 14 ਨਹੀਂ ਹੁੰਦੀ। 14 ਵਾਲੇ ਦਿਨ ਗਿਆ 14 ਲੋਕ ਮਝਾਰ, 14 ਲੋਕਾਂ ਵਿੱਚ ਰੋਮ ਰੋਮ ਮੈਂ ਬਸੇ ਮੁਰਾਰ। ਇਹ ਦੇਖ ਲਿਆ ਵੀ ਸਾਰਿਆਂ 'ਚ ਮੁਰਾਰ ਵੱਸਦਾ, ਸਾਰੇ ਹੀ ਸ਼ਬਦ ਗੁਰੂ ਹੈ। 14 ਲੋਕਾਂ 'ਚ ਸ਼ਬਦ, ਇਹ ਤਾਂ ਸ਼ਬਦ 14 ਲੋਕਾਂ 'ਚ ਵੱਜਦਾ। 14 ਲੋਕਾਂ 'ਚ ਇਸੇ ਹੁਕਮ ਦਾ ਰਾਜ ਹੈ। 14 ਲੋਕਾਂ 'ਚ ਇਹੀ ਸਭ ਦੀ ਪਾਲਣਾ ਕਰਦਾ ਹੈ। 14 ਲੋਕਾਂ ਨੂੰ ਪੈਦਾ ਕਰਨ ਵਾਲਾ ਇਹੀ ਹੁਕਮ ਹੈ। 14 ਲੋਕਾਂ ਦੇ ਵਿੱਚ ਪਾਲਣਾ ਕਰਨ ਵਾਲਾ ਇਹੀ ਹੁਕਮ ਹੈ। 14 ਲੋਕਾਂ ਦਾ ਸੰਘਾਰ ਕਰਨ ਵਾਲਾ ਵੀ ਇਹੀ ਹੁਕਮ ਹੈ। ਉਹੀ ਪੈਦਾ ਕਰਦਾ, ਜਿਹੜਾ ਪੈਦਾ ਕਰਦਾ ਹੈ, ਜਿਹੜਾ ਪਾਲਣਾ ਕਰਦਾ ਹੈ ਔਰ ਸੰਘਾਰ ਕਰਦਾ, ਇਹ ਹੁਕਮ ਹੀ ਹੈ। ਇਹੀ ਸ਼ਬਦ ਹੈ, ਇਹੀ ਧੁਨੀ ਹੈ। 14 ਲੋਕਾਂ 'ਚ ਦੇਖਿਓ,
तीन लोक को पियो, तीन लोक ਦਾ ਪਿਓ ਹੈ ਨਾ। 14 ਲੋਕ ਮਝਾਰ ਰੋਮ ਰੋਮ ਮੈਂ ਬਸੇ ਮਰਾਰ। ਸਾਰਿਆਂ ਦੇ ਰੋਮ ਰੋਮ 'ਚ ਬਸਦਾ ਹੈ ਗਿਆ ਇਹ ਜੋਤ। ਹੁਕਮ ਸਾਰਿਆਂ ਦੇ ਰੋਮ ਰੋਮ 'ਚ ਹੈ। ਉਹ ਜਿਹੜਾ ਰਾਮ ਬੋਲਦਾ ਸੀ ਇਹੀ ਬੋਲਦਾ ਸੀ, ਹੋਰ ਕੌਣ ਬੋਲਦਾ ਸੀ? ਜਿਹੜਾ ਅੰਦਰ ਬੋਲਦਾ ਸੀ ਇਹੀ ਤਾਂ ਬੋਲਦਾ ਸੀ। ਅੰਤਰਾਤਮਾ ਦੀ ਆਵਾਜ਼ ਇਹੀ ਤਾਂ ਆਵਾਜ਼ ਹੈ ਇਹਦੀ। ਉਹ 14 ਲੋਕ ਮਝਾਰ। ਇਹ ਇਹਨਾਂ ਦੇ 14 ਲੋਕ ਮੰਨੇ ਹੋਏ ਨੇ। ਆਪਾਂ ਨੂੰ ਇਹ ਰੌਲਾ ਨਹੀਂ ਇਸ ਗੱਲ ਦਾ। ਜਿਹਨੂੰ ਕਹਿ ਰਹੇ ਨੇ ਉਹ ਮੰਨਦਾ। ਉਹ ਮੁਸਲਮਾਨ ਵੀ ਮੰਨਦੇ 14 ਤਬਕ। ਉਹ 14 ਤਬਕ ਮੰਨਦੇ ਨੇ, 14 ਲੋਕ ਮੰਨਦੇ ਨੇ। ਗੱਲ ਤਾਂ ਦੋ ਇੱਕੋ ਹੀ ਮੰਨਦੇ ਨੇ। ਵੇਦ ਤੇ ਆ ਕੇ ਦੋ ਇਕੱਠੇ ਨੇ। ਜੇ ਵੇਦ ਮੰਨ ਲਈਏ ਨਾ, ਵੇਦ ਉੱਥੇ ਮੁਸਲਮਾਨ ਹਿੰਦੂ ਦੋ ਇਕੱਠੇ ਹੋ ਜਾਂਦੇ ਨੇ। ਇਹ ਲੜਦੇ ਤਾਂ ਜਾਂਦੇ ਜਾਂ ਥੱਲੇ ਡੇ ਪੈਂਦੇ ਨੇ। ਬਾਬਾ ਤੇ ਕੇ ਦੋਹਾਂ ਦਾ ਫਰਕ ਤਾਂ ਚਾਚੇ ਤਾਏ 'ਚ ਪਿਆ ਆ ਕੇ। ਭਾਈਆਂ 'ਚ ਫਰਕ ਪੈ ਗਿਆ ਨਾ, ਅੱਡ ਅੱਡ ਹੋ ਗਏ ਨਾ। ਜੇ ਪਿੱਛੇ ਬਾਬਾ ਪਿੱਛੇ ਤਾਂ ਇੱਕੋ ਦੀ ਔਲਾਦ ਨੇ। ਆਪਣੀ ਆਪਣੀ ਮੱਤ ਚੱਲ ਪਈ ਉੱਥੇ ਆ ਕੇ। ਆਪਣੀ ਆਪਣੀ ਚੱਲ ਪਈ ਉੱਥੇ ਆ ਕੇ। ਜਾਂ ਆਪਣੀ ਆਪਣੀ ਚੱਲ ਪੂ ਫਿਰ ਤਾਂ ਲੜਾਈ ਘਰ 'ਚ ਹੋਣੀ ਹੈ। ਜਿੰਨਾ ਚਿਰ ਸਿਆਣੇ ਦੀ ਚੱਲਦੀ ਸੀ ਉਹਨਾਂ ਚਿਰ ਸਾਰੇ ਚੁੱਪ ਤੇ। ਜਿੰਨਾ ਚਿਰ ਸਿਆਣੇ ਦੇ ਕਹੇ ਤੇ ਚੱਲਦੇ ਸੀ ਸਾਰੇ ਹੀ, ਉਹਨਾਂ ਚਿਰ ਲੜਾਈ ਕੋਈ ਨਹੀਂ ਸੀ। ਜਾਂ ਆਪਣੀ ਆਪਣੀ ਮੱਤ ਚਲਾ ਲਈ। ਇਹਨਾਂ ਨੇ ਸਿਮਰਤ ਸ਼ਾਸਤਰ ਬਣਾ ਲਏ, ਉਹਨਾਂ ਨੇ ਕੁਰਾਨ ਬਣਾ ਲਈ, ਲੜਾਈ ਸ਼ੁਰੂ ਹੋ ਗਈ। ਜੇ ਪਿੱਛੇ ਮੁੜ ਕੇ ਵੇਦ ਤੇ ਚਲੇ ਜਾਣ ਲੜਾਈ ਫਿਰ ਖਤਮ ਹੈ। ਲੜਾਈ ਤਾਂ ਕੋਈ ਨਹੀਂ। ਲੜਾਈ ਆ ਆਪਣੀ ਮੱਤ ਦੀ, ਇਹਨਾਂ ਦੀ ਆਪਣੀ ਮਰਜ਼ੀ ਦੀ ਲੜਾਈ ਹੈ। ਲੜਾਈ ਆ ਵੇਦ ਛੱਡ ਕੇ ਪੈਦਾ ਕੀਤੀ ਹੈ ਲੜਾਈ ਇਹਨਾਂ ਨੇ। ਹਾਂਜੀ। ਸਤ ਸੰਤੋਖ ਕਾ ਧਰੋ ਧਿਆਨ, ਕਥੀ ਨੀ ਕਥੀਐ ਬ੍ਰਹਮ ਗਿਆਨ। ਇੱਥੇ ਕੀ ਹੈ? 14 ਲੋਕ ਮਝਾਰ ਰੋਮ ਰੋਮ ਮੈਂ ਬਸੇ ਮਰਾਰ। ਰੋਮ ਰੋਮ 'ਚ ਮਰਾਰ ਬਸਦਾ। ਚਲੋ ਉਹ ਤਾਂ ਛੁੱਟੀ ਹੋ ਗਈ 14 ਲੋਕ ਦੀ। ਹੁਣ ਅਸੀਂ ਕੀ ਕਰਨਾ 14 ਲੋਕ ਦੇ ਵਿੱਚ? ਸਤ ਸੰਤੋਖ ਕਾ ਧਰੋ ਧਿਆਨ। ਦੇਖੋ ਮੁੜ ਕੇ ਸਤ ਸੰਤੋਖ ਤੇ ਆ ਗਿਆ। ਤਾਂ ਕਿਹਾ ਸੀ ਇਹੀ ਰਸ ਨਹੀਂ ਛੱਡਣਾ ਗੁਰਬਾਣੀ ਵਾਲਾ। ਆਖਰ ਸਤ ਸੰਤੋਖ ਕਾ ਧਰੋ ਧਿਆਨ। ਸਤ ਸੰਤੋਖ ਦੀ ਵਿਚਾਰ ਬਣ। ਬਸ ਸਤ ਸੰਤੋਖ ਦੀ ਵਿਚਾਰ ਹੈ। ਗੁਰਬਾਣੀ ਵਿਚਾਰ ਤੇ ਹੀ ਟਿਕੇ ਰਹੋ। ਗੁਰਬਾਣੀ ਹੈ, ਇਸੇ ਦਾ ਵਿਚਾਰ ਕਰਕੇ ਇਸੇ ਦਾ ਉਪਦੇਸ਼ ਦੇਣਾ। ਸਤ ਸੰਤੋਖ ਕਾ ਧਰੋ ਧਿਆਨ। ਕਥਨੀ ਕਥੀਐ ਬ੍ਰਹਮ ਗਿਆਨ। ਕਥਨੀ ਕਥੀਐ ਬ੍ਰਹਮ ਗਿਆਨ। ਸਤ ਸੰਤੋਖ ਦਾ ਕਥਨ ਕਰਨਾ ਹੀ ਬ੍ਰਹਮ ਗਿਆਨ ਹੈ। ਸੱਚਾ ਸੰਤੋਖ ਕਿਵੇਂ ਪ੍ਰਾਪਤ ਹੋਊ? ਜਿਹੜਾ ਕਿਸੇ ਲੋਭ ਲਾਲਚ ਨਾਲ ਟੁੱਟਦਾ ਹੀ ਨਹੀਂ, ਉਹ ਸੰਤੋਖ ਕਿਵੇਂ ਪ੍ਰਾਪਤ ਹੋਊ? ਉਹ ਕੀ ਹੁੰਦਾ ਹੈ? ਉਹਦਾ ਕਥਨ ਕਰਨਾ ਹੀ ਬ੍ਰਹਮ ਗਿਆਨ। ਕਥਨੀ ਕਥੀਐ ਬ੍ਰਹਮ ਗਿਆਨ। ਇਹੀ ਬ੍ਰਹਮ ਗਿਆਨ। ਸੰਤੋਖ ਸੰਤੋਖੀ ਕਿਵੇਂ ਬਣਨਾ ਹੈ? ਜੇ ਸੰਤੋਖੀ ਬਣ ਗਏ ਲੜਾਈ ਮੁੱਕ ਗਈ। ਲੜਾਈ ਤਾਂ ਮਾਇਆ ਦੀ ਹੈ, ਲੋਕਾਂ ਦੀ ਲੜਾਈ ਮਾਇਆ ਦੀ ਹੈ। ਹੋਰ ਕਾਹਦੀ ਲੜਾਈ ਹੈ? ਜੇ ਮਾਇਆ ਛੁੱਟ ਜਾਏ, ਬ੍ਰਹਮ ਗਿਆਨ ਤੇ ਆ ਜਾਣ, ਲੜਾਈ ਖਤਮ ਹੈ। ਕਥਨੀ ਕਥੀਐ ਬ੍ਰਹਮ ਗਿਆਨ। ਬ੍ਰਹਮ ਗਿਆਨ। ਹਾਂਜੀ। ਪੁੰਨਿਓ ਪੂਰਾ ਚੰਦ ਆਕਾਸ਼, ਪਸਰੈ ਕਲਾ ਸਹਿਜ ਪ੍ਰਗਾਸ। ਹੁਣ ਪੁੰਨਿਆ ਹੋ ਗਈ ਪੂਰਨਮਾਸ਼ੀ। ਪੂਰਾ ਚੰਦ ਆਕਾਸ਼ ਮਨ ਹੁਣ ਪੂਰੀ ਰੋਸ਼ਨੀ ਹੈ ਮਨ ਦੇ ਵਿੱਚ। ਕੋਈ ਕਿਸੇ ਖੁੰਝੇ ਵੀ ਉਹ ਚੰਦਰਮਾ ਘੱਟ ਨਹੀਂ। ਚੰਦਰਮਾ ਹੁੰਦਾ ਨਾ ਘੱਟ ਥੋੜਾ ਜਿਹਾ। ਆਕਾਸ਼ ਵਿੱਚ ਹਿਰਦੇ ਵਿੱਚ ਪੂਰੀ ਰੋਸ਼ਨੀ ਹੈ ਚੰਦਰਮੇ ਦੀ। ਪਸਰੇ ਕਲਾ ਸਹਿਜ ਪ੍ਰਗਾਸ। ਇਹ ਚੰਦਰਮਾ ਹੀ ਹੈ। ਸੂਰਜ ਦਾ ਪਿੱਛੋਂ ਹੈ। ਸੂਰਜ ਹੁਕਮ ਹੈ। ਇਹ ਸੂਰਜ ਨਹੀਂ ਆਪ ਹੈ। ਇਹਦੇ ਤੇ ਜੋ ਰੋਸ਼ਨੀ ਪੈ ਰਹੀ ਹੈ ਇਹ ਪੂਰਾ ਚੰਦਰਮੇ ਜੋਗਾ ਹੀ ਹੈ। ਬਸ ਉਹ ਜਿਹੜਾ ਸ਼ਬਦ ਗੁਰੂ ਹੈ ਉਹ ਸੂਰਜ ਹੈ। ਕਿਉਂਕਿ ਇਹਨੂੰ ਤਾਂ ਪਤਾ ਨਹੀਂ ਹੈ ਸ੍ਰਿਸ਼ਟੀ ਕਿਵੇਂ ਬਣਾਈ। ਉਹ ਤਾਂ ਉਹਨੂੰ ਪਤਾ ਹੈ। ਜਦ ਬੁਲਾਇਆ, ਜਿਹੜਾ ਬੁਲਾਇਆ ਬੋਲਦਾ ਪੂਰਨਮਾਸ਼ੀ ਦਾ ਚੰਦਰਮਾ। ਉਹ 16 ਕਲਾ ਹੈ। ਆ ਕ੍ਰਿਸ਼ਨ 16 ਕਲਾ ਹੈ। ਇਹ 16 ਕਲਾ ਹੋ ਗਈਆਂ। 16 ਕਲਾ ਹੈ ਇਹ। ਕਿਵੇਂ? 15ਵੀਂ ਤਾਂ ਅੱਜ 15ਵੀਂ ਤੇ ਤਾਂ ਇਹ ਆ ਗਈ। 15 ਤਾਂ ਇਹ ਹੋ ਗਈ। 14 ਦੇ ਬਾਅਦ ਪੂਰਨਮਾਸ਼ੀ ਪੁੰਨਿਆ 15ਵੀਂ ਨਹੀਂ ਹੋ ਗਈ। ਮੱਸਿਆ ਤਾਂ ਸ਼ੁਰੂ ਕੀਤੀ ਹੈ ਗੱਲ। ਮੱਸਿਆ ਤੋਂ ਨਹੀਂ ਕੀਤੀ। ਫਿਰ 16 ਨਾ ਹੋ ਗਈਆਂ।
ਸ਼ੁਰੂ ਮੱਸਿਆ ਤੋਂ ਕੀਤੀ ਸੀ। ਕ੍ਰਿਸ਼ਨ ਨੂੰ 16 ਕਲਾ ਤਾਂ ਮੰਨਿਆ, ਉਹਨੇ ਗੀਤਾ ਲਿਖੀ ਹੈ, ਆਤਮਾ ਦੀ ਗੱਲ ਕੀਤੀ ਹੈ। ਕ੍ਰਿਸ਼ਨ ਨੇ, ਰਾਮਚੰਦਰ ਨੇ ਕੁਝ ਨਹੀਂ ਲਿਖਿਆ, ਉਹਨੂੰ 14 ਕਲਾ ਮੰਨਿਆ। 14 ਕਲਾ ਤਾਂ ਮੰਨਿਆ, ਉਹ ਔਰਤ ਦੀ ਮਗਰ ਲੱਗ ਗਿਆ ਸੀਤਾ ਦੀ। ਕ੍ਰਿਸ਼ਨ ਕਿਸੇ ਔਰਤ ਦੀ ਮਗਰ ਨਹੀਂ ਲੱਗਿਆ। ਸੀਤਾ ਇੱਕ ਹੈ, ਉਹਦੀ ਮਗਰ ਲੱਗ ਗਿਆ। ਉਹਦੇ ਕਿੰਨੀਆਂ ਹੀ ਨੇ, ਉਹ ਕਿਸੇ ਦੀ ਮਗਰ ਵੀ ਨਹੀਂ ਲੱਗਿਆ। ਸਾਰਿਆਂ ਨੂੰ ਆਪਣੇ ਮਗਰੇ ਲਾਇਆ, ਛੱਡ ਕੇ ਚਲੇ ਗਏ। ਪਿੱਟਦੀਆਂ ਫਿਰਦੀਆਂ ਨੇ। ਜਾਂ 10 ਗ੍ਰੰਥ ਆਪਾਂ ਪੜਾਂਗੇ ਨਾ, ਕ੍ਰਿਸ਼ਨ ਅਵਤਾਰ ਜਾਂ ਪਤਾ ਲੱਗੂ ਕਿਵੇਂ ਬਿਲਕਦੀਆਂ ਫਿਰਦੀਆਂ ਨੇ ਉਹਦੇ ਪਿੱਛੇ ਪਿੱਛੇ। ਉਹ ਸੀਤਾ ਪਿੱਛੇ ਬਿਲਕਦਾ ਫਿਰਦਾ। 2 ਕਲਾ ਘਟਾਤੀਆਂ ਉਹਦੀਆਂ ਰਾਮਚੰਦਰ ਦੀਆਂ, ਜਿਹਦਾ ਮੰਦਰ ਬਣਾਉਣ ਨੂੰ ਕਹਿੰਦੇ ਨੇ। ਉਹ ਕ੍ਰਿਸ਼ਨ ਦਾ ਬਣਾ ਲੈਂਦੇ ਦੋ ਤਾਂ। ਕ੍ਰਿਸ਼ਨ ਜਾ ਕੇ ਵੇਦ ਨਾਲ ਲੜ ਜਾਂਦਾ ਹੈ, ਪੰਡਤ ਤੋਂ ਖਿਲਾਫ ਹੈ। ਕ੍ਰਿਸ਼ਨ ਨੂੰ ਨਹੀਂ ਮੰਨਦੇ ਇਹ, ਰਾਮਚੰਦਰ ਨੂੰ ਮੰਨਦੇ ਨੇ। ਜੇ ਸੀ ਗੀਤਾ ਵਾਲੇ ਰਾਹ ਪੈ ਗਏ ਫਿਰ ਤਾਂ ਮਾਰੇ ਜਾਣਗੇ ਇਹ। ਗੀਤਾ ਨੇ ਆਤਮਾ ਤੇ ਲੈ ਜਾਣੀ ਹੈ ਗੱਲ। ਆਤਮਾ ਅਮਰ ਹੈ, ਆਤਮਾ ਦੀ ਖੋਜ ਸ਼ੁਰੂ ਹੋ ਜਾਣੀ ਹੈ। ਜਿੱਦਣ ਆਤਮਾ ਦੀ ਖੋਜ ਹੋਊਗੀ, ਰਮਾਇਣ ਖਤਮ, ਰਾਮ ਵਾਲੀ ਫੱਟੀ ਪੁੱਜ ਜਾਣੀ ਹੈ। ਇਹਨਾਂ ਦੇ ਦੇਵੀ ਦੇਵਤੇ ਸਾਰੇ ਖਤਮ। ਪੁੰਨ ਪਾਪ ਨੂੰ ਨਹੀਂ ਮੰਨਦਾ ਕ੍ਰਿਸ਼ਨ, ਇਹ ਪੁੰਨ ਪਾਪ ਨੂੰ ਮੰਨਦੇ ਨੇ। ਉਹ ਉਧਰ ਨੂੰ ਨਹੀਂ ਜਾਂਦੇ। ਇਹ ਦੋਏ ਧੜੇ ਅੱਡ ਅੱਡ ਨੇ। ਕ੍ਰਿਸ਼ਨ ਵਾਲੇ ਰਾਮ ਨੂੰ ਨਹੀਂ ਮੰਨਦੇ, ਰਾਮ ਵਾਲੇ ਕ੍ਰਿਸ਼ਨ ਨੂੰ ਨਹੀਂ ਮੰਨਦੇ। ਪਹਿਲਾਂ ਤਾਂ ਇਹੀ ਯਾਦਵ ਨੇ, ਉਹ ਕ੍ਰਿਸ਼ਨ ਵਾਲੇ ਤਾਂ ਨੂੰ ਨਹੀਂ ਰਾਮਚੰਦਰ ਨੂੰ ਮੰਨਦੇ। ਉਹ ਵਿਰੋਧ ਜਾਣ ਕੇ ਨਹੀਂ ਕਰਦੇ, ਵੋਟਾਂ ਕਰਕੇ, ਅੰਦਰੋਂ ਨਹੀਂ ਮੰਨਦੇ। ਉਹ ਕ੍ਰਿਸ਼ਨ ਨੂੰ ਨਹੀਂ ਮੰਨਦੇ, ਰਾਮ ਨੂੰ ਮੰਨਦੇ ਨੇ। ਯਾਦਵ ਕ੍ਰਿਸ਼ਨ ਦੇ ਨੇ। ਪੁੰਨਿਓ ਪੂਰਾ ਸਾਡੇ ਦੋਏ ਨੇ, ਸਾਡੇ ਦੋਏ ਨੇ। ਅਸੀਂ ਦੋਹਾਂ ਨੂੰ ਹਜਮ ਕਰਦੇ ਹਾਂ, ਕ੍ਰਿਸ਼ਨ ਨੂੰ, ਰਾਮ ਨੂੰ। ਦੋਹਾਂ ਦੀ ਏਕਤਾ ਦੇ ਵਿੱਚ ਪੂਰਨ ਬ੍ਰਹਮ ਹੈ। ਇਹ ਦੋਹਾਂ ਦੀ ਏਕਤਾ ਦੇ ਵਿੱਚ ਪੂਰਨ ਬ੍ਰਹਮ ਹੈ। ਪਹਿਲਾਂ ਤਾਂ ਆਪਣੀ ਲੜਾਈ ਹਟਾ ਲੈਣ ਯਾਦਵ ਰਹੇ ਪੰਡਤ। ਜਦੋਂ ਕ੍ਰਿਸ਼ਨ ਅਵਤਾਰ ਕੀਤਾ, ਰਾਮਾ ਅਵਤਾਰ ਕੀਤਾ ਨਾ, ਉਦੋਂ ਪਤਾ ਲੱਗ ਜੂ ਉਹਨਾਂ ਦੀ ਹਿਸਟਰੀ ਦਾ ਵੀ। ਹਿਸਟਰੀ ਪਿੱਛੋਂ ਕਿੱਥੋਂ ਆਈ ਹੋਈ ਹੈ, ਸਾਰੀ ਹਿਸਟਰੀ। ਆਪਣੇ ਇਹਨਾਂ ਦੇ ਪੋਤਲੇ ਸਾਰੇ ਫੁੱਲ ਜਾਣੇ ਨੇ, ਤਾਂ ਦਿੱਤਾ ਇਹਦਾ 10 ਗ੍ਰੰਥ। ਇਹਨਾਂ ਨੂੰ ਪਤਾ ਪੋਤਲੇ ਫੁੱਲ ਜਾਣੇ ਨੇ ਉੱਥੇ। ਇੱਥੇ ਤਾਂ ਅਜੇ ਮੋਟਾ ਮੋਟਾ ਦੱਸਿਆ, ਬਰੀਕੀ ਦੇ ਪੋਤਲੇ ਤਾਂ ਉੱਥੇ ਨੇ। ਇਹਨਾਂ ਕੋਲ ਜਵਾਬੇ ਕੋਈ ਨਹੀਂ, ਝੂਠੇ ਕੋ ਜਵਾਬ ਹੁੰਦਾ ਹੀ ਨਹੀਂ। ਹਾਂਜੀ। ਪੁੰਨਿਓ ਪੂਰਾ ਚੰਦ ਆਕਾਸ਼, ਪੁੰਨਿਓ ਪੂਰਾ ਚੰਦ ਆਕਾਸ਼, ਪਸਰੇ ਕਲਾ ਸਹਿਜ ਪ੍ਰਗਾਸ। ਪਸਰੇ ਕਲਾ, ਹੁਣ ਕਲਾ ਵੱਧ ਰਹੀ ਹੈ, ਪਸਰ ਰਹੀ ਹੈ। ਸਹਿਜ ਅਵਸਥਾ ਮਨ ਟਿਕਿਆ ਹੋਇਆ, ਚੰਦਰਮਾ ਟਿਕਿਆ ਹੋਇਆ, ਸਾਰੇ ਰੋਸ਼ਨੀ ਦੇ ਰਿਹਾ ਸਭ ਨੂੰ। ਪੂਰਨਮਾਸ਼ੀ ਦਾ ਚੰਦਰਮੇ ਦੀ ਰੋਸ਼ਨੀ ਹੁੰਦੀ ਹੈ। ਪਸਰੇ ਕਲਾ ਸਹਿਜ ਪ੍ਰਕਾਸ਼, ਸਹਿਜ ਅਵਸਥਾ ਵਿੱਚ ਹੈ, ਰੋਸ਼ਨੀ ਦੇ ਰਿਹਾ ਸਭ ਨੂੰ। ਹਾਂਜੀ। ਆਦ ਅੰਤ ਮਦ ਹੋਏ ਰਿਹਾ ਥੀਰ, ਸੁਖ ਸਾਗਰ ਮੈਂ ਰਮੈ ਕਬੀਰ। ਆਦ ਅੰਤ ਮਦ 3 ਹੋ ਗਏ। ਆਦ ਅੰਤ ਮਦ, ਆਦ ਤੇ ਜਿਹੜਾ ਸੀ ਅੰਤ ਤੱਕ ਵਿਚਾਲੇ। ਹੁਣ ਵਿਚਾਲੇ ਮੱਧ ਹੈ ਨਾ, ਮੱਧ ਵਾਚ ਕੇ ਹੈ। ਹੋਏ ਰਿਹਾ ਥੀਰ, ਫਿਰ ਹੈ ਉਹ ਅਡੋਲ ਹੈ। ਜਦੋਂ ਪੂਰਾ ਹੋਇਆ ਉਦੋਂ ਵੀ ਅਡੋਲ ਸੀ। ਪੂਰਨਮਾਸ਼ੀ ਦਾ ਚੰਦਰਮਾ ਜਾਂ ਚੜ੍ਹਿਆ ਜਦ ਵੀ ਅਡੋਲ ਸੀ। ਹੁਣ ਸ਼ਿਖਰ ਆਇਆ ਹੋਇਆ, ਹੁਣ ਵੀ ਅਡੋਲ ਹੈ। ਜਾਂ ਛਪਣਾ ਜਦ ਵੀ ਉਨਾ ਹੀ ਰਹਿਣਾ। ਇਹ ਤਿੰਨੇ ਅਵਸਥਾ 'ਚ ਅਡੋਲ ਹੀ ਰਹਿਣਾ। ਇਹਦੀ ਕਲਾ ਘਟਣੀ ਵਧਣੀ ਨਹੀਂ ਹੈ, ਪੂਰੀ ਹੋ ਰਹਿੰਦੀ ਹੈ। ਆਦ ਅੰਤ ਮੱਧ ਰਿਹਾ, ਹੋਏ ਰਿਹਾ ਥੀਰ। ਹੋਏ ਰਿਹਾ ਥੀਰ, ਥਿਰ ਨੂੰ ਥੀਰ ਕਿਹਾ ਹੋਇਆ। ਸੁਖ ਸਾਗਰ ਮੈਂ ਰਮੈ ਕਬੀਰ। ਇਸ ਕਰਕੇ ਸੁਖ ਸਾਗਰ ਮੈਂ ਰਮੈ ਕਬੀਰ। ਸੁਖ ਸਾਗਰ ਬਣਿਆ ਰਹਿੰਦਾ, ਕਿਉਂਕਿ ਥਿਰ ਹੈ। ਕਲਾ ਘਟਦੀ ਵੱਧਦੀ ਨਹੀਂ ਹੈ। ਘਟਦੀ ਵੱਧਦੀ ਹੈ ਤਾਂ ਚਿੰਤਾ ਵੱਧਦੀ ਘਟਦੀ ਹੈ। ਜੇ ਕਲਾ ਵੱਧ ਤਾਂ ਸਕਦੀ ਨਹੀਂ। ਤੇ ਜੇ ਘਟਦੀ ਹੈ, ਅੰਦਰ ਹਨੇਰਾ ਹੁੰਦਾ, ਤੇ ਚਿੰਤਾ ਵੱਧਦੀ ਹੈ। ਜੇ ਚਿੰਤਾ ਵੱਧਦੀ ਹੈ, ਸੁੱਖ ਟੁੱਟਦਾ। ਜੇ ਥਿਰ ਹੈ, ਜੇ ਕਲਾ ਜੋਤ ਥਿਰ ਹੈ, ਗਿਆਨ ਥਿਰ ਹੈ, ਫਿਰ ਸੁਖ ਸਾਗਰ ਹੈ ਉਹਨਾਂ ਚਿਰ। ਸੁਖ ਸਾਗਰ ਮੈਂ ਰਮੈ ਕਬੀਰ। ਇਸ ਕਰਕੇ ਕਬੀਰ ਕਹਿੰਦਾ, ਸੁਖ ਸਾਗਰ 'ਚ ਮੈਂ ਰਮਿਆ ਹੋਇਆ ਹਾਂ। ਮੇਰੀ ਅਵਸਥਾ ਟਿਕੀ ਹੋਈ ਹੈ ਗਿਆਨ ਦੀ।
ਅਡੋਲ ਅਵਸਥਾ ਮੇਰੀ।